ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਰੋਨਾ ਤੋਂ ਬਾਅਦ ਵਿਸ਼ਵ ਲਈ ਆਰਥਿਕ ਹੱਲ, ਇਹ ਸਕ੍ਰਿਪਟ ਮਿਸਟਰ ਪੌਲ ਹੁਣਾਂ ਦੀ ਲਿਖੀ ਹੋਈ ਹੈ। ਸੋ ਆਓ ਪੜ੍ਹ ਕੇ ਤੁਹਾਨੂੰ ਦੱਸਦੇ ਹਾਂ ਕਿ ਉਹਨਾਂ ਨੇ ਇਸ ਬਾਰੇ ਲਿਖੇ ਹਨ। ਸਾਰੇ ਵਿਸ਼ਵ ਲੋਕਤੰਤਰੀ ਦੇਸ਼ਾਂ ਵਿੱਚ ਸੰਬੰਧਿਤਾਂ ਪਾਰਟੀਆਂ। ਟੀਮ ਏ ਸੱਤਾ ਅਤੇ ਵਿਰੋਧੀ ਧਿਰ ਵਿੱਚ ਸਿਆਸਤਦਾਨ, ਅਰਥ-ਸ਼ਾਸਤਰੀ, ਵਕੀਲ, ਅਕਾਊਂਟੈਂਟਸ, ਮੀਡੀਆ। ਟੀਮ ਬੀ ਵਿਸ਼ਵ ਆਮ ਵਰਕਿੰਗ ਕਲਾਸ, ਟੈਕਸ ਅਦਾ ਕਰਨ ਵਾਲੇ, ਰੱਬ ਦੇ ਸਭ ਤੋਂ ਮਨਪਸੰਦ ਲੋਕ। ਟੀਮ ਸੀ ਸਿਵਲ ਸੇਵਾ ਪੇਸ਼ੇਵਰ, ਸਰਕਾਰ ਦੁਆਰਾ ਚੁਣੇ ਬਹੁਤ ਹੀ ਹੋਣਹਾਰ ਲੋਕ। ਟੀਮ ਡੀ ਕਾਨੂੰਨ ਦੀ ਅਦਾਲਤ। ਟੀਮ ਈ ਵਿਗਿਆਨੀ, ਇੰਜੀਨੀਅਰ ਅਤੇ ਡਾਕਟਰ। ਤੱਤ ਭੋਜਨ, ਰਿਹਾਇਸ਼, ਕੱਪੜਾ, ਇਲਾਜ, ਸਿੱਖਿਆ, ਮਨੁੱਖ ਦੀਆਂ ਬੁਨਿਆਦੀ ਜ਼ਰੂਰਤਾਂ। ਤੱਤ ਸਰੋਤ ਪਰਮਾਤਮਾ ਨੇ ਸਾਨੂੰ ਕੁਦਰਤ ਦੀ ਦਾਤ ਦਿੱਤੀ ਹੈ ਜੋ ਸਾਡੇ ਸਾਰਿਆਂ ਲਈ ਦੁਨੀਆ ਭਰ ਵਿੱਚ ਉਪਲਬਧ ਹੈ। ਵਿਸ਼ਵਾਸ ਕਰੋ ਮੇਰੇ ਕੋਲ ਕਰੋਨਾ ਤੋਂ ਬਾਅਦ ਵਿਸ਼ਵ ਵਿਆਪੀ ਸਮੱਸਿਆਵਾਂ ਦਾ ਹੱਲ ਹੈ। ਕਰੋਨਾ ਤੋਂ ਬਾਅਦ ਵਿਸ਼ਵ ਵਿਆਪੀ ਗੰਭੀਰ ਸਮੱਸਿਆਵਾਂ ਨੂੰ ਹੇਠ ਲਿਖਿਆਂ ਸਮੂਹਾਂ ਦੁਆਰਾ ਹੱਲ ਨਹੀਂ ਕੀਤਾ ਜਾ ਸਕਦਾ। ਸੱਤਾ ਅਤੇ ਵਿਰੋਧੀ ਧਿਰ ਦੀ ਰਾਜਨੇਤਾ, ਅਰਥਸ਼ਾਸਤਰੀ, ਵਕੀਲ, ਲੇਖਾਕਾਰ ਅਤੇ ਮੀਡੀਆ। ਕਿਉਂਕਿ ਇਹ ਸਮੂਹ ਕੋਈ ਮੁੱਢਲੀਆਂ ਮਨੁੱਖੀ ਜ਼ਰੂਰਤਾਂ ਨਹੀਂ ਬਣਾ ਸਕਦਾ, ਸਿਰਫ ਟੈਕਸ ਅਦਾ ਕਰਨ ਵਾਲੇ ਦੇ ਪੈਸੇ ਨਾਲ ਕੰਮ ਕਰ ਸਕਦੇ ਹਨ। ਸਭ ਤੋਂ ਪਹਿਲਾਂ ਸਾਨੂੰ ਸਹੀ ਲੋਕਾਂ ਦੀ ਨਿਯੁਕਤੀ ਕਰਕੇ ਕੁਦਰਤ ਤੋਂ ਮੁੱਢਲੀਆਂ ਮਨੁੱਖੀ ਜ਼ਰੂਰਤਾਂ ਪੈਦਾ ਕਰਨੀਆਂ ਚਾਹੀਦੀਆਂ ਹਨ ਅਤੇ ਫਿਰ ਟੀਮ ਏ ਟੈਕਸ ਅਦਾ ਕਰਨ ਵਾਲੇ ਪੈਸੇ ਖਰਚਣ ਲਈ ਕੰਮ ਕਰ ਸਕਦੇ ਹਨ। ਮੈਂ ਇਸ ਸੰਬੰਧ ਵਿੱਚ ਵਿਸ਼ਵ ਵਿਆਪੀ ਆਮ ਮਜ਼ਦੂਰ ਸ਼੍ਰੇਣੀ ਦੇ ਲੋਕਾਂ ਦਾ ਧਿਆਨ ਦਿਵਾਉਣਾ ਚਾਹੁੰਦਾ ਹਾਂ ਕਿ ਉਹ ਸਖਤ ਮਿਹਨਤ ਕਰਨ ਵਾਲੇ ਰੱਬ ਦੇ ਸਭ ਤੋਂ ਪਿਆਰੇ ਲੋਕ ਹਨ, ਅਸਲ ਟੈਕਸ ਦੇਣ ਵਾਲੇ ਹਨ ਅਤੇ ਬਹੁਤ ਜ਼ਿਆਦਾ ਪੀੜਤ ਵੀ ਹਨ। ਮੇਰਾ ਮੰਨਣਾ ਹੈ ਕਿ ਵਿਸ਼ਵ ਵਿਆਪੀ ਆਮ ਮਜ਼ਦੂਰ ਜਮਾਤ ਦੇ ਟੈਕਸ ਦੇਣ ਵਾਲੇ ਲੋਕਾਂ ਲਈ ਇਹ ਸਹੀ ਸਮਾਂ ਹੈ ਜੋ ਰੱਬ ਦੇ ਸਭ ਤੋਂ ਮਨਪਸੰਦ ਲੋਕ ਹਨ। ਇਹ ਸੁਝਾਅ ਸੁਣਨਗੇ। ਆਓ ਵਿਸ਼ਵ ਪੱਧਰ 'ਤੇ ਮਿਹਨਤਕਸ਼ ਸ਼੍ਰੇਣੀ ਦੇ ਲੋਕਾਂ ਦੇ ਨਾਲ ਮਿਲ ਕੇ ਇਸ ਸੰਸਾਰ ਨੂੰ ਸਦਾ ਲਈ ਉੱਤਮ ਰਹਿਣ ਵਾਲੀ ਜਗ੍ਹਾ ਬਣਾ ਸਕਦੇ ਹਾਂ ਅਤੇ ਸਾਨੂੰ ਮਨੁੱਖੀ ਜੀਵਨ ਸਿਰਫ ਇੱਕ ਵਾਰ ਮਿਲਿਆ ਹੈ ਅਤੇ ਇਸ ਨੂੰ ਖੁਸ਼ਹਾਲੀ ਨਾਲ ਜਿਉਣਾ ਚਾਹੀਦਾ ਹੈ। ਇਹ ਸੰਭਵ ਵੀ ਹੈ ਅਤੇ ਆਸਾਨ ਵੀ। ਮਿਸਟਰ ਪੌਲ ਲਿਖਦੇ ਆ, 40 ਸਾਲਾਂ ਦੇ ਇੰਜੀਨੀਅਰ ਅਤੇ ਨਿਰਮਾਣ ਕਾਰੋਬਾਰਾਂ ਦੇ ਤਜਰਬੇ ਤੋਂ ਸਿੱਖਿਆ ਹੈ ਉਹਨਾਂ ਨੇ ਕਿ ਹੋਰ ਸਾਰੇ ਮਾਮਲਿਆਂ ਤੋਂ ਇਲਾਵਾ ਹਰ ਮਨੁੱਖ ਇੱਕ ਦੂਜੇ ਲਈ ਕਿੰਨਾ ਮਹੱਤਵਪੂਰਨ ਹੈ। ਇਸ ਲਈ ਉਹਨਾਂ ਨੇ ਲਿਖਿਆ ਹੈ, ਵਿਸ਼ਵ ਪੱਧਰ 'ਤੇ ਸਾਰੇ ਮਨੁੱਖਾਂ ਦਾ ਆਦਰ ਕਰਦਾ ਹੈ, ਪਰ ਵਿਸ਼ਵ ਵਿਆਪੀ ਤੌਰ 'ਤੇ ਸਾਨੂੰ ਸਹੀ ਸਮੇਂ 'ਤੇ ਸਹੀ ਵਿਅਕਤੀ ਦੀ ਜ਼ਰੂਰਤ ਹੈ। ਬਹੁਤ ਸਾਰੇ ਆਮ ਲੋਕਾਂ ਨੇ ਵਿਸ਼ਵ ਪੱਧਰ 'ਤੇ ਬਹੁਤ ਹੈਰਾਨੀਜਨਕ ਪ੍ਰਦਰਸ਼ਨ ਕੀਤਾ ਹੈ। ਮੈਂ ਮਹਿਸੂਸ ਕਰਦਾ ਹਾਂ ਕਿ ਹਰ ਮਨੁੱਖ ਦੇ ਅੰਦਰ ਕੁਝ ਖਾਸ ਮੁਹਾਰਤ ਹੈ। ਜੇ ਅਸੀਂ ਕੁਦਰਤ ਤੋਂ ਮਨੁੱਖੀ ਮੁੱਢਲੀਆਂ ਜ਼ਰੂਰਤ ਨੂੰ ਬਣਾਉਣ ਲਈ ਉਹਨਾਂ ਮਨੁੱਖੀ ਕਾਬਲੀਅਤਾਂ ਨੂੰ ਸਹੀ ਦਿਸ਼ਾ ਵਿੱਚ ਵਰਤਦੇ ਹਾਂ ਤਾਂ ਅਸੀਂ ਆਪਣੇ ਜੀਵਨ ਨੂੰ ਸੰਪੂਰਨ ਬਣਾਉਣ ਦੇ ਯੋਗ ਹੋ ਸਕਦੇ ਹਾਂ। ਸੋ ਮਿਸਟਰ ਪੌਲ ਅੱਗੇ ਲਿਖਦੇ ਹਨ, ਮੈਂ ਆਪਣੇ ਪੱਧਰ ਦੀ ਬਹੁਤ ਜ਼ਿਆਦਾ ਗਰੀਬੀ ਅਤੇ ਅਨਪੜ੍ਹਤਾ ਨੂੰ ਹਰਾ ਦਿੱਤਾ ਹੈ ਜਿਸ ਦੀ ਤੁਲਨਾ ਦੂਜਿਆਂ ਨਾਲ ਨਹੀਂ ਕੀਤੀ ਜਾ ਸਕਦੀ ਅਤੇ ਹੁਣ ਮੈਨੂੰ ਵਿਸ਼ਵਾਸ ਹੈ ਕਿ ਮੈਂ ਦੁਨੀਆ ਲਈ ਅਜਿਹਾ ਕਰ ਸਕਦਾ ਹਾਂ ਅਤੇ ਦੇਸ਼ਾਂ ਨੂੰ ਕੰਗਾਲ ਹੋਣ ਤੋਂ ਬਚਾ ਸਕਦਾ ਹਾਂ। ਸਾਨੂੰ ਸਾਰਿਆਂ ਨੂੰ ਇੱਕ ਮਹੱਤਵਪੂਰਨ ਤੱਥ ਨੂੰ ਸਮਝਣਾ ਚਾਹੀਦਾ ਹੈ। ਉਹ ਕੌਣ ਹੈ ਜੋ ਸਾਨੂੰ ਜ਼ਿੰਦਾ ਰੱਖ ਰਿਹਾ ਹੈ, ਜੋ ਸਾਨੂੰ ਸਾਹ ਦੇ ਰਿਹਾ ਹੈ, ਜੋ ਕੁਦਰਤ ਤੋਂ ਮਨੁੱਖ ਦੀਆਂ ਮੁੱਢਲੀਆਂ ਜ਼ਰੂਰਤਾਂ ਜਿਵੇਂ ਭੋਜਨ, ਪਾਣੀ, ਕੱਪੜਾ, ਮਕਾਨ, ਦਵਾਈ ਪੈਦਾ ਕਰ ਰਿਹਾ ਹੈ। ਕੁਦਰਤ ਵਿੱਚ ਇਹ ਸਾਰੀਆਂ ਮੁੱਢਲੀਆਂ ਜ਼ਰੂਰਤਾਂ ਬਹੁਤ ਜ਼ਿਆਦਾ ਉਪਲਬਧ ਹੁੰਦੀਆਂ ਹਨ। ਉਦਾਹਰਨ ਵਜੋਂ ਸੂਰਜ ਦੀ ਰੋਸ਼ਨੀ, ਨਾਲ ਹੀ ਵਿਸ਼ਵ ਪੱਧਰ 'ਤੇ ਉਪਲਬਧ ਮਨੁੱਖੀ ਖੂਬੀਆਂ ਜਿਸ ਦੀ ਸਹਾਇਤਾ ਨਾਲ ਅਸੀਂ ਕੁਦਰਤ ਤੋਂ ਜ਼ਰੂਰਤ ਤੋਂ ਵੱਧ ਪ੍ਰਾਪਤ ਕਰਦੇ ਹਾਂ। ਫਿਰ ਅਸੀਂ ਗਰੀਬੀ, ਅਨਪੜ੍ਹਤਾ, ਬੇਰੁਜ਼ਗਾਰੀ, ਕੁਦਰਤ ਆਫਤਾਂ ਅਤੇ ਸੁਰੱਖਿਆ ਸਮੱਸਿਆਵਾਂ ਕਿਉਂ ਝੱਲ ਰਹੇ ਹਾਂ? ਕਿਉਂਕਿ ਵਿਸ਼ਵ ਵਿਆਪੀ ਤੌਰ 'ਤੇ ਆਮ ਮਜ਼ਦੂਰ ਜਮਾਤ ਮਿਹਨਤੀ, ਰੱਬ ਤੋਂ ਡਰਨ ਵਾਲੀ,
ਟੈਕਸ ਦੇਣ ਵਾਲੇ, ਰੋਜ਼ਾਨਾ ਕਮਾਈ ਕਰਕੇ ਖਾਣ ਵਾਲੇ ਲੋਕ ਆਪਣੇ ਦੇਸ਼ ਨੂੰ ਚਲਾਉਣ ਲਈ ਸਹੀ ਨੁਮਾਇੰਦੇ ਦੀ ਚੋਣ ਨਹੀਂ ਕਰਦੇ। ਵਿਸ਼ਵ ਪੱਧਰ 'ਤੇ ਇਹ ਪਿਛਲੇ 2500 ਸਾਲਾਂ ਤੋਂ ਵਾਪਰ ਰਿਹਾ ਹੈ। ਆਮ ਲੋਕਾਂ ਨੂੰ ਆਪਣਾ ਨੁਮਾਇੰਦਾ ਇਸ ਤਰ੍ਹਾਂ ਦਾ ਚੁਣਨਾ ਚਾਹੀਦਾ ਹੈ ਜੋ ਕੁਦਰਤ ਤੋਂ ਮਨੁੱਖੀ ਮੁੱਢਲੀਆਂ ਜ਼ਰੂਰਤਾਂ ਸਿੱਧੇ ਤੌਰ 'ਤੇ ਲਿਆ ਸਕੇ, ਨਾ ਕਿ ਨੁਮਾਇੰਦਾ ਦਲਾਲਗਿਰੀ ਵਜੋਂ ਕੰਮ ਕਰੇ। ਸੱਤਾ ਅਤੇ ਵਿਰੋਧੀ ਧਿਰ, ਰਾਜਨੀਤਿਕ, ਅਰਥਸ਼ਾਸਤਰੀ, ਵਕੀਲ, ਅਕਾਊਂਟੈਂਟਸ ਅਤੇ ਮੀਡੀਆ ਸਾਨੂੰ ਕੁਦਰਤ ਤੋਂ ਸਾਡੀਆਂ ਮੁੱਢਲੀਆਂ ਜ਼ਰੂਰਤਾਂ ਨਹੀਂ ਦੇ ਸਕਦੇ। ਉਹ ਸਾਡੇ ਟੈਕਸ ਦੇ ਪੈਸੇ, ਕਾਨੂੰਨ ਅਤੇ ਪ੍ਰਸ਼ਾਸਨ ਦੇ ਪ੍ਰਬੰਧ ਕਰਨ ਵਿੱਚ ਮਾਹਰ ਹਨ। ਸਾਨੂੰ ਸਭ ਤੋਂ ਪਹਿਲਾਂ ਸਹੀ ਲੋਕਾਂ ਦੀ ਨਿਯੁਕਤੀ ਕਰਕੇ ਆਪਣੀ ਮੁੱਢਲੀਆਂ ਜ਼ਰੂਰਤਾਂ ਕੁਦਰਤ ਤੋਂ ਲੈਣੀਆਂ ਚਾਹੀਦੀਆਂ ਹਨ। ਮੀਡੀਆ ਆਪਣੀ ਸ਼ਾਨਦਾਰ ਪ੍ਰਤਿਭਾ ਨੂੰ ਵਿਗਾੜਦਾ ਹੋਇਆ ਉਹਨਾਂ ਨੂੰ ਕਿਸਨੇ ਕੀ ਕਿਹਾ ਦੀ ਖੇਡ ਵਿੱਚ ਰੁੱਝਿਆ ਰੱਖਦਾ ਹੈ ਅਤੇ ਸੰਭਾਵਿਤ ਤੌਰ 'ਤੇ ਉਹਨਾਂ ਨੂੰ ਹਮੇਸ਼ਾ ਕਿਸੇ ਨਾ ਕਿਸੇ ਰਾਜਨੀਤਿਕ ਪਾਰਟੀ ਦੇ ਹੱਕ ਵਿੱਚ ਗੱਲ ਕਰਨੀ ਪੈਂਦੀ ਹੈ। ਪਰ ਇਹ ਕਿਸੇ ਨੇ ਕੀ ਕਿਹਾ ਵਿੱਚ ਕੋਈ ਜ਼ਿੰਦਗੀ ਦੀਆਂ ਮੁੱਢਲੀਆਂ ਜ਼ਰੂਰਤਾਂ ਨੂੰ ਸਿਰਜਣਾ ਬਾਰੇ ਗੱਲ ਨਹੀਂ ਕਰਦਾ। ਕਰੋਨਾ ਸਾਰੇ ਵਿਸ਼ਵ ਵਿਆਪੀ ਆਮ ਮਜ਼ਦੂਰ ਜਮਾਤ ਦੇ ਲੋਕਾਂ ਲਈ ਇੱਕ ਸਬਕ ਹੈ। ਲੰਬੇ ਸਮੇਂ ਤੋਂ ਚੱਲੀ ਆ ਰਹੀ ਵਿਸ਼ਵ ਵਿਆਪੀ ਸਮੱਸਿਆਵਾਂ ਦੇ ਹੱਲ ਲਈ ਹੁਣ ਉਹਨਾਂ ਨੂੰ ਆਪਣਾ ਸਹੀ ਨੁਮਾਇੰਦਾ ਚੁਣਨਾ ਪਵੇਗਾ। ਸਹੀ ਲੋਕਾਂ ਦੀ ਨਿਗਰਾਨੀ ਹੇਠ ਇਹ ਸੰਸਾਰ ਬਹੁਤ ਖੁਸ਼ਹਾਲ ਹੋ ਸਕਦਾ ਹੈ। ਕੁਝ ਵਿਸ਼ਵਾਸ ਦੇ ਕਾਰਨ ਜਦੋਂ ਮਨੁੱਖਤਾ ਨੂੰ ਬਹੁਤ ਨੁਕਸਾਨ ਪਹੁੰਚਦਾ ਹੈ, ਪਰਮਾਤਮਾ ਮਨੁੱਖ ਨੂੰ ਸੁਧਾਰਨ ਲਈ ਕੁਝ ਕਦਮ ਉਠਾਉਂਦਾ ਹੈ। ਕਰੋਨਾ ਰੱਬ ਦੇ ਅਜਿਹੇ ਕੰਮਾਂ ਵਿੱਚੋਂ ਇੱਕ ਹੈ। ਜੇ ਵਿਸ਼ਵ ਵਿਆਪੀ ਤੌਰ 'ਤੇ ਆਮ ਮਜ਼ਦੂਰ ਜਮਾਤ ਦੇ ਲੋਕ ਇਸ ਤੱਥ ਨੂੰ ਸਮਝਦੇ ਹਨ ਤਾਂ ਅਸੀਂ ਸਾਰੇ ਵਿਸ਼ਵ ਵਿਆਪੀ ਸਮੱਸਿਆਵਾਂ ਦੇ ਹੱਲ ਲਈ ਬਹੁਤ ਨੇੜੇ ਹਾਂ। ਗਰੀਬੀ ਉਹ ਚੀਜ਼ ਹੈ ਜੋ ਵਿਸ਼ਵ ਪੱਧਰ 'ਤੇ ਮੌਜੂਦ ਹੈ। ਕੁਝ ਆਮ ਮਜ਼ਦੂਰਾਂ ਜਮਾਤ ਦੇ ਲੋਕਾਂ ਦੀ ਪੜ੍ਹੇ ਲਿਖੇ ਨਾ ਹੋਣ ਕਾਰਨ ਇਹ ਪੀੜ੍ਹੀ ਦਰ ਪੀੜ੍ਹੀ ਸਹਿਣ ਪੈਂਦੀ ਹੈ। ਜੇ ਆਮ ਮਜ਼ਦੂਰ ਸ਼੍ਰੇਣੀ ਦੇ ਲੋਕ ਇਸ ਤੱਥ ਨੂੰ ਸਮਝ ਸਕਦੇ ਹਨ ਕਿ ਕੇਵਲ ਇੱਕ ਖਾਸ ਮਨੁੱਖੀ ਸਮੂਹ ਸਾਰੇ ਮਨੁੱਖਾਂ ਨੂੰ ਜਿਉਂਦਾ ਰੱਖਦਾ ਹੈ ਅਤੇ ਸਾਨੂੰ ਕੁਦਰਤ ਤੋਂ ਮਨੁੱਖੀ ਮੁੱਢਲੀਆਂ ਜ਼ਰੂਰਤਾਂ ਪ੍ਰਦਾਨ ਕਰਨ ਵਿੱਚ ਸਹਾਇਤਾ ਕਰਦਾ ਹੈ, ਤਦ ਸਾਰੀਆਂ ਸਮੱਸਿਆਵਾਂ ਬਿਨਾਂ ਕਿਸੇ ਸਮੇਂ ਦੇ ਵਿਸ਼ਵ ਪੱਧਰ 'ਤੇ ਹੱਲ ਹੋ ਸਕਦੀਆਂ ਹਨ। ਮੇਰੀ ਜ਼ਿੰਦਗੀ, ਇਹ ਮਿਸਟਰ ਪੌਲ ਹੁਣੀ ਲਿਖ ਰਹੇ ਨੇ ਲੇਖ ਵਿੱਚ, ਕਿ ਮੇਰੀ ਜ਼ਿੰਦਗੀ ਭਰ ਦੀਆਂ ਕੋਸ਼ਿਸ਼ਾਂ ਹਨ ਕਿ ਉਹ ਵਿਸ਼ਵ ਪੱਧਰ 'ਤੇ ਆਮ ਮਜ਼ਦੂਰ ਜਮਾਤ ਦੇ ਲੋਕਾਂ ਤੱਕ ਪਹੁੰਚ ਰਹੇ ਹਨ। ਉਹਨਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਇੱਕ ਖਾਸ ਮਨੁੱਖੀ ਸਮੂਹ ਸਾਰੇ ਮਨੁੱਖਾਂ ਨੂੰ ਜਿਉਂਦਾ ਰੱਖਦਾ ਹੈ, ਸਾਹ ਲੈਣ ਵਿੱਚ ਸਾਡੀ ਮਦਦ ਕਰਦਾ ਹੈ ਅਤੇ ਸਾਡੀਆਂ ਮਨੁੱਖੀ ਬੁਨਿਆਦੀ ਜ਼ਰੂਰਤਾਂ ਜੋ ਮੁੱਢਲੀਆਂ ਹਨ ਉਹਨਾਂ ਨੂੰ ਪ੍ਰਾਪਤ ਕਰਦਾ ਹੈ। ਆਓ ਅਸੀਂ ਵਿਸ਼ਵ ਲੋਕਤੰਤਰੀ ਸ਼ਾਸਕਾਂ ਦੇ 2500 ਸਾਲਾਂ ਦੇ ਇਤਿਹਾਸ ਤੋਂ ਉਹਨਾਂ ਦੀਆਂ ਕਥਨੀ ਅਤੇ ਕਰਨੀ ਦੁਆਰਾ ਮਨੁੱਖੀ ਮੁੱਢਲੀਆਂ ਜ਼ਰੂਰਤਾਂ ਦੀ ਇੱਕ ਉਦਾਹਰਨ ਲੱਭਣ ਦੀ ਕੋਸ਼ਿਸ਼ ਕਰੀਏ। ਸੰਭਾਵਕ ਅਸੀਂ ਅਜਿਹੇ ਕੋਈ ਉਦਾਹਰਨ ਨਹੀਂ ਲੱਭ ਸਕਦੇ। ਇੱਕ ਲੰਬੇ ਸਮੇਂ ਤੋਂ ਵਿਸ਼ਵ ਪੱਧਰ 'ਤੇ ਆਮ ਮਜ਼ਦੂਰ ਜਮਾਤ ਦੇ ਲੋਕ ਇਸ ਤੱਥ ਨੂੰ ਅਣਜਾਣ ਰਹੇ ਹਨ। ਉਹ ਹਮੇਸ਼ਾ ਗਲਤ ਨੁਮਾਇੰਦੇ ਦੀ ਚੋਣ ਕਰਦੇ ਹਨ ਜੋ ਸਿਰਫ ਟੈਕਸ ਦੇ ਪੈਸੇ ਖਰਚਣਾ ਜਾਣਦਾ ਹੈ ਪਰ ਮਨੁੱਖੀ ਬੁਨਿਆਦੀ ਮੁੱਢਲੀਆਂ ਜ਼ਰੂਰਤਾਂ ਨਹੀਂ ਬਣਾ ਸਕਦਾ। ਕਰੋਨਾ ਸੰਕਟ ਅਤੇ ਹੋਰ ਸਾਰੀਆਂ ਕੁਦਰਤੀ ਆਫਤਾਂ ਦੌਰਾਨ ਲੋਕਤੰਤਰੀ ਸ਼ਾਸਕ ਵਿਸ਼ਵ ਪੱਧਰ 'ਤੇ ਕੋਈ ਸਹਾਇਤਾ ਨਹੀਂ ਕਰ ਸਕਦੇ। ਉਹ ਖੁਦ ਵਿਗਿਆਨੀਆਂ, ਡਾਕਟਰਾਂ ਅਤੇ ਇੰਜੀਨੀਅਰਿੰਗ ਤੋਂ ਮਦਦ ਚਾਹੁੰਦੇ ਹਨ। ਜੇ ਲੋਕਤੰਤਰੀ ਸ਼ਾਸਕ ਕੋਈ ਮੁੱਢਲੀਆਂ ਮਨੁੱਖੀ ਜ਼ਰੂਰਤਾਂ ਪੈਦਾ ਨਹੀਂ ਕਰ ਸਕਦੇ, ਕਰੋਨਾ ਅਤੇ ਹੋਰ ਕੁਦਰਤੀ ਆਫਤਾਂ ਨੂੰ ਆਪਣੇ ਹੁਨਰ ਨਾਲ ਹੱਲ ਨਹੀਂ ਕਰ ਸਕਦੇ, ਸਿਰਫ ਪੋਸਟਮੈਨ, ਮਿਡਲ ਮਿਸ਼ਨ ਅਤੇ ਮੈਸੇਜਰ ਵਜੋਂ ਕੰਮ ਕਰਦੇ ਹਨ, ਤਾਂ ਵਿਸ਼ਵ ਵਿਆਪੀ ਆਮ ਮਜ਼ਦੂਰ ਜਮਾਤ ਦੇ ਲੋਕ ਉਹਨਾਂ ਨੂੰ ਕਿਉਂ ਚੁਣਦੇ ਹਨ? ਸਿਰਫ ਪੋਸਟਮੈਨ, ਮਿਡਲ ਮਿਸ਼ਨ ਅਤੇ ਮੈਸੇਜਰ ਵਜੋਂ ਕੰਮ ਕਰਦੇ ਹਨ ਤਾਂ ਵਿਸ਼ਵ ਵਿਆਪੀ ਆਮ ਮਜ਼ਦੂਰ ਜਮਾਤ ਦੇ ਲੋਕ ਉਹਨਾਂ ਨੂੰ ਹੀ ਕਿਉਂ ਚੁਣਦੇ ਹਨ? ਕਿ ਸਿਰਫ ਟੈਕਸ ਦੇ ਪੈਸੇ ਖਰਚਣ ਲਈ? ਇਹ ਸਾਰੀ ਮਨੁੱਖ ਜਾਤੀ ਲਈ ਇਹ ਬਿਲਕੁਲ ਵੱਡਾ ਨੁਕਸਾਨ ਹੈ। ਸੱਤਾ ਅਤੇ ਵਿਰੋਧੀ ਤੇ ਰਾਜਨੀਤਿਕ, ਅਰਥਸ਼ਾਸਤਰੀ, ਵਕੀਲ, ਅਕਾਊਂਟੈਂਟਸ ਅਤੇ ਮੀਡੀਆ ਸਾਨੂੰ ਕੁਦਰਤ ਤੋਂ ਸਾਡੀਆਂ ਮੁੱਢਲੀਆਂ ਜ਼ਰੂਰਤਾਂ ਨਹੀਂ ਦੇ ਸਕਦੇ। ਉਹ ਸਾਡੇ ਟੈਕਸ ਦੇ ਪੈਸੇ, ਕਾਨੂੰਨ, ਪ੍ਰਸ਼ਾਸਨ, ਮਨੋਰੰਜਨ ਅਤੇ ਚੋਣਾਂ ਦੇ ਪ੍ਰਬੰਧ ਵਿੱਚ ਮਾਹਰ ਹਨ
ਪਰ ਸਾਨੂੰ ਪਹਿਲਾਂ ਆਪਣੀਆਂ ਮੁੱਢਲੀਆਂ ਜ਼ਰੂਰਤਾਂ ਕੁਦਰਤ ਤੋਂ ਪੈਦਾ ਕਰਨ ਦੀ ਜ਼ਰੂਰਤ ਹੈ ਅਤੇ ਇਸ ਤੋਂ ਬਾਅਦ ਅਸੀਂ ਉਹਨਾਂ ਸਮੂਹਾਂ ਨੂੰ ਟੈਕਸ ਦੇ ਪੈਸੇ ਖਰਚਣ ਦੀ ਆਗਿਆ ਦੇ ਸਕਦੇ ਹਾਂ। ਲੋਕਤੰਤਰੀ ਸ਼ਾਸਕ ਅਤੇ ਮੀਡੀਆ ਹਮੇਸ਼ਾ ਵਿਗਿਆਨ ਅਤੇ ਜਲਵਾਯੂ ਪਰਿਵਰਤਨ ਬਾਰੇ ਗੱਲ ਕਰਦੇ ਹਨ, ਜਦੋਂ ਕਿ ਉਹ ਖੁਦ ਆਪਣੇ ਆਪ ਵਿਗਿਆਨ ਦਾ ਕੋਈ ਅਧਿਐਨ ਨਹੀਂ ਕਰਦੇ। ਇਹ ਸਮੂਹ ਕਿਸੇ ਨੂੰ ਵੀ ਯੋਗਤਾ ਪ੍ਰਾਪਤ ਡਾਕਟਰ ਬਣਨ ਤੋਂ ਬਗੈਰ ਡਾਕਟਰੀ ਦਾ ਅਭਿਆਸ ਕਰਨ ਜਾਂ ਵਕੀਲ ਬਣਨ ਤੋਂ ਬਿਨਾਂ ਕਾਨੂੰਨ ਦਾ ਅਭਿਆਸ ਕਰਨ ਦੀ ਆਗਿਆ ਦੇਵੇਗਾ? ਯਕੀਨਨ ਉਹ ਇਜਾਜ਼ਤ ਨਹੀਂ ਦੇਣਗੇ, ਪਰ ਉਹ ਬਿਨਾਂ ਕਿਸੇ ਅਧਿਐਨ ਦੇ ਵਿਗਿਆਨ ਦਾ ਅਭਿਆਸ ਕਰ ਸਕਦੇ ਹਨ। ਇਹ ਸਮੂਹ ਕਈ ਵਾਰ ਵਿਸ਼ਵ ਪੱਧਰ 'ਤੇ ਮੌਸਮੀ ਤਬਦੀਲੀ ਬਾਰੇ ਗੱਲ ਕਰਨ ਲਈ ਨੌਜਵਾਨਾਂ ਦੀ ਵਰਤੋਂ ਕਰਦਾ ਹੈ, ਪਰ ਉਹ ਨੌਜਵਾਨ ਲੋਕਾਂ ਨੂੰ ਵਿਗਿਆਨ, ਮੌਸਮ ਤਬਦੀਲੀ ਦਾ ਹੋਰ ਮੁੱਦਿਆਂ ਦਾ ਕੋਈ ਗਿਆਨ ਨਹੀਂ ਹੁੰਦਾ। ਮੀਡੀਆ ਆਪਣੀ ਸ਼ਾਨਦਾਰ ਪ੍ਰਤਿਭਾ ਨੂੰ ਵਿਗਾੜਦਾ ਹੋਇਆ ਉਹਨਾਂ ਨੂੰ ਕਿਸ ਨੇ ਕੀ ਕਿਹਾ ਦੀ ਖੇਡ ਵਿੱਚ ਰੁੱਝਿਆ ਰੱਖਦਾ ਹੈ ਅਤੇ ਸੰਭਾਵਿਕ ਤੌਰ 'ਤੇ ਉਹਨਾਂ ਨੂੰ ਹਮੇਸ਼ਾ ਕਿਸੇ ਨਾ ਕਿਸੇ ਰਾਜਨੀਤਿਕ ਪਾਰਟੀ ਦੇ ਹੱਕ ਵਿੱਚ ਗੱਲ ਕਰਨੀ ਪੈਂਦੀ ਹੈ, ਪਰ ਇਹ ਕਿਸ ਨੇ ਕੀ ਕਿਹਾ ਵਿੱਚ ਕੋਈ ਵੀ ਜ਼ਿੰਦਗੀ ਦੀਆਂ ਮੁੱਢਲੀਆਂ ਜ਼ਰੂਰਤਾਂ ਦੀ ਸਿਰਜਣਾ ਬਾਰੇ ਗੱਲ ਨਹੀਂ ਕਰਦਾ। ਆਓ ਅਸੀਂ ਵਿਸ਼ਵ ਲੋਕਤੰਤਰੀ ਸ਼ਾਸਕਾਂ ਦੇ 2500 ਸਾਲਾਂ ਦੇ ਇਤਿਹਾਸ ਤੋਂ ਉਹਨਾਂ ਦੀਆਂ ਕਥਨੀ ਅਤੇ ਕਰਨੀ ਦੁਆਰਾ ਮੁੱਢਲੀ ਜ਼ਰੂਰਤਾਂ ਦੀ ਇੱਕ ਉਦਾਹਰਨ ਲੱਭਣ ਦੀ ਕੋਸ਼ਿਸ਼ ਕਰੀਏ। ਸੰਭਾਵਕ ਅਸੀਂ ਅਜਿਹੀ ਕੋਈ ਉਦਾਹਰਨ ਨਹੀਂ ਲੱਭ ਸਕਦੇ। ਸਾਡੇ ਆਸ-ਪਾਸ ਉਹਨਾਂ ਦੇਸ਼ਾਂ ਦੇ ਕੁਝ ਮੈਂਬਰ ਹਨ ਜੋ ਕਿ ਕਿਸੇ ਸਮੇਂ ਆਰਥਿਕ ਤੌਰ 'ਤੇ ਕਮਜ਼ੋਰ ਸੀ, ਪਰ ਉਹਨਾਂ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਉਹ ਅਰਬਪਤੀ ਬਣ ਗਏ, ਬਲਕਿ ਆਪਣੀ ਵਿਰਾਸਤ ਨੂੰ ਬਣਾਉਣ ਵਿੱਚ ਰੁੱਝੇ ਹੋਏ ਹਨ। ਉਹਨਾਂ ਲੋਕਾਂ ਦੀ ਰਾਜਨੀਤਿਕ ਪਾਰਟੀ ਉਹਨਾਂ ਦੇ ਕਦੇ ਪ੍ਰਸ਼ਨ ਨਹੀਂ ਉਠਾਉਂਦੀ, ਸਗੋਂ ਹਮੇਸ਼ਾ ਸ਼ਲਾਘਾ ਕਰਦੀ ਹੈ, ਕਿਉਂਕਿ ਰਾਸ਼ਟਰਪਤੀ ਉਸੇ ਰਾਜਨੀਤਿਕ ਪਾਰਟੀ ਨਾਲ ਸੰਬੰਧਿਤ ਹੁੰਦੇ ਹਨ। ਤਾਂ ਫਿਰ ਵੋਟਰ ਇਹ ਪ੍ਰਸ਼ਨ ਕਿਉਂ ਨਹੀਂ ਉਠਾ ਰਹੇ ਅਤੇ ਉਹਨਾਂ ਰਾਸ਼ਟਰਪਤੀਆਂ ਨੂੰ ਜਵਾਬ ਨਹੀਂ ਬਣਾ ਰਹੇ? ਮੌਜੂਦਾ ਲੋਕਤੰਤਰੀ ਪ੍ਰਣਾਲੀ ਵਿੱਚ ਕੋਈ ਵੀ ਦੇਸ਼ ਬਹੁਤਾ ਜ਼ਿਆਦਾ ਕਲਾ ਆਧਾਰਿਤ ਆਮ ਗੱਲਬਾਤ ਕਰਕੇ ਵਿਕਾਸ ਨਹੀਂ ਕਰ ਸਕਦਾ। ਪਿਛਲੇ 2500 ਸਾਲਾਂ ਤੋਂ ਵਿਸ਼ਵ ਵਿਆਪੀ ਸ਼ਾਸਕਾਂ ਵਿੱਚ ਵਿਗਿਆਨ ਬਾਰੇ ਕੋਈ ਵਿਚਾਰ ਵਟਾਂਦਰੇ ਮੌਜੂਦ ਨਹੀਂ ਹਨ। ਵਿਗਿਆਨ ਤੋਂ ਬਿਨਾਂ ਕੁਝ ਨਹੀਂ ਚੱਲ ਸਕਦਾ। ਕਲਪਨਾ ਕਰੋ, ਮਿਸਟਰ ਪੋਲ ਲਿਖ ਰਹੇ ਹਨ, ਕਲਪਨਾ ਕਰੋ ਕਿ ਵਿਸ਼ਵ ਵਿਆਪੀ ਲੋਕਤੰਤਰੀ ਸਰਕਾਰ ਵਿੱਚ ਵਿਗਿਆਨਕ ਵਿਦਵਾਨਾਂ ਦੀ ਚੋਣ ਨਾ ਕਰੇ। ਅਸੀਂ ਇਸ ਸੰਸਾਰ ਨੂੰ ਕਿੰਨਾ ਨੁਕਸਾਨ ਪਹੁੰਚਾਇਆ। ਇੱਥੋਂ ਤੱਕ ਕਿ ਵਿਗਿਆਨਕ ਵਿਦਵਾਨਾਂ ਦੀ ਹਾਜ਼ਰੀ ਤੋਂ ਬਿਨਾਂ ਕਾਨੂੰਨ ਦੀ ਅਦਾਲਤ ਵੀ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਸਕਦੀ। ਕਈ ਵਾਰ ਅਸੀਂ ਵੇਖਦੇ ਹਾਂ ਕਿ ਕਿਸੇ ਨੂੰ 300-400 ਸਾਲਾਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਜਾਂਦੀ ਹੈ। ਇਹ ਪੂਰੀ ਤਰ੍ਹਾਂ ਕਲਾ ਆਧਾਰਿਤ ਫੈਸਲਾ ਹੈ। ਇਸ ਸੰਸਾਰ ਵਿੱਚ ਬਹੁਤ ਸਾਰੀਆਂ ਲੜਾਈਆਂ, ਬਹੁਤ ਸਾਰੇ ਕਤਲੇਆਮ, ਕੁਝ ਦੇਸ਼ਾਂ ਦੇ ਕਬਜ਼ਾ, ਸਭ ਕੁਝ ਕਲਾ ਆਧਾਰਿਤ ਲੋਕਾਂ ਦੁਆਰਾ ਨਿਰਧਾਰਿਤ ਕੀਤਾ ਗਿਆ ਹੈ। ਵਿਸ਼ਵ ਪੱਧਰ 'ਤੇ ਵਿਗਿਆਨਕ ਵਿਦਵਾਨ ਕਲਾ ਆਧਾਰਿਤ ਲੋਕਾਂ ਦੇ ਨਿਰਦੇਸ਼ਾਂ ਅਧੀਨ ਕੰਮ ਕਰਦੇ ਹਨ, ਪਰ ਕਲਾ ਆਧਾਰਿਤ ਲੋਕ ਵਿਗਿਆਨਕ ਫੈਸਲੇ ਕਿਵੇਂ ਲੈ ਸਕਦੇ ਹਨ? ਇਹ ਪਿਛਲੇ 2500 ਸਾਲਾਂ ਲਈ ਸਭ ਤੋਂ ਭਿਆਨਕ ਤਬਾਹੀ ਦਾ ਕਾਰਨ ਰਿਹਾ ਹੈ। ਰਾਜਨੀਤਿਕ ਵਿਗਿਆਨੀ ਬਿਨਾਂ ਕਿਸੇ ਅਸਲ ਵਿਗਿਆਨ ਅਧਿਐਨ ਦੇ ਮਨੁੱਖੀ ਬੁਨਿਆਦੀ ਮੁੱਢਲੀਆਂ ਜ਼ਰੂਰਤਾਂ ਦੀ ਸਿਰਜਣਾ ਕੀਤੇ ਬਗੈਰ ਵਿਸ਼ਵ ਪੱਧਰ 'ਤੇ ਲੋਕਤੰਤਰੀ ਦੇਸ਼ਾਂ ਦੇ ਰਾਜ ਕਰ ਰਹੇ ਹਨ। ਉਹਨਾਂ ਦਾ ਕੰਮ ਹਮੇਸ਼ਾ ਟੈਕਸ ਦੇ ਪੈਸੇ ਖਰਚ ਕਰਨਾ ਹੁੰਦਾ ਹੈ। ਹੁਣ ਸਾਨੂੰ ਸ਼ਾਸਕ ਵਿੱਚ ਰਾਜਨੀਤਿਕ ਵਿਗਿਆਨੀਆਂ ਦੀ ਜ਼ਰੂਰਤ ਨਹੀਂ ਹੈ। ਸਾਨੂੰ ਸਾਰੇ ਲੋਕਤੰਤਰੀ ਸਰਕਾਰਾਂ ਵਿੱਚ ਵਿਗਿਆਨਕ ਖੇਤਰ ਨਾਲ ਸੰਬੰਧਿਤ ਵਿਗਿਆਨੀਆਂ ਦੀ ਲੋੜ ਹੈ। ਸਾਨੂੰ ਉਹ ਕੁਦਰਤੀ ਉਹਨਾਂ ਦੇ ਹਵਾਲੇ ਕਰਨੀ ਪਏਗੀ ਤਾਂ ਜੋ ਸਾਡੀ ਮੁੱਢਲੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕਣ। ਜੇ ਅੱਜ ਵੀ ਕਿਸੇ ਵੀ ਰਾਜਨੀਤਿਕ ਰੈਲੀ ਵਿੱਚ ਕਿਸੇ ਨੂੰ ਵੀ ਪੁੱਛੋ ਤੁਹਾਡੀ ਮੰਗ ਕੀ ਹੈ, ਜ਼ਿਆਦਾਤਰ ਜਵਾਬ ਇਹ ਹੋਵੇਗਾ ਕਿ ਸਾਨੂੰ ਨਹੀਂ ਪਤਾ, ਪਰ ਸਾਡੀ ਮੰਗ ਪੂਰੀ ਹੋਣੀ ਚਾਹੀਦੀ ਹੈ। ਆਮ ਮਜ਼ਦੂਰ ਜਮਾਤ ਦੇ ਟੈਕਸ ਭੁਗਤਣ ਕਰਨ ਵਾਲੇ ਵੋਟਰ ਮੂਰਖਤਾ ਦਾ ਬਹੁਤ ਜ਼ਿਆਦਾ ਸਮਰਥਨ ਕਰ ਰਹੇ ਹਨ ਅਤੇ ਇਹ ਵਿਸ਼ਵ ਦੀ ਬਦਕਿਸਮਤੀ ਹੈ। ਅਸੀਂ ਮਨੁੱਖ, ਸਾਇੰਸਦਾਨ, ਇੰਜੀਨੀਅਰਿੰਗ ਅਤੇ ਡਾਕਟਰਾਂ ਕਾਰਨ ਸਾਹ ਲੈ ਰਹੇ ਹਾਂ ਜਦ ਅਤੇ ਜ਼ਿੰਦਾ ਹਾਂ, ਪਰ ਅਸੀਂ ਦੁਨੀਆ ਭਰ ਵਿੱਚ ਸ਼ਾਇਦ ਹੀ ਕੋਈ ਬੁੱਤ, ਨਿਸ਼ਾਨਦੇਹੀ ਜਾਂ ਚੀਫ ਜਸਟਿਸ
ਹਾਊਸ ਵਰਗੇ ਮਕਾਨ ਕਿਸੇ ਵਿਗਿਆਨੀ, ਇੰਜੀਨੀਅਰ ਅਤੇ ਡਾਕਟਰਾਂ ਲਈ ਵੇਖਦੇ ਹਾਂ, ਜਦੋਂ ਕਿ ਵਿਗਿਆਨੀ, ਇੰਜੀਨੀਅਰ, ਡਾਕਟਰ ਸਾਡੀ ਬੁਨਿਆਦੀ ਮੁੱਢਲੀ ਜ਼ਰੂਰਤਾਂ ਨੂੰ ਕੁਦਰਤ ਤੋਂ ਪ੍ਰਾਪਤ ਕਰਨ, ਜਿਉਂਦੇ ਰੱਖਣ, ਸਾਹ ਲੈਣ ਵਿੱਚ ਸਹਾਇਤਾ ਕਰਦੇ ਹਨ। ਵਿਸ਼ਵ ਦੇ ਸਾਰੇ ਦੇਸ਼ਾਂ ਵਿੱਚ ਲੋਕਤੰਤਰੀ ਸਰਕਾਰਾਂ ਅਤੇ ਰਾਜਨੀਤਿਕ ਪਾਰਟੀਆਂ ਨੂੰ 100% ਵਿਗਿਆਨਕ ਵਿਦਵਾਨਾਂ ਦੀ ਮੁੱਢਲੀ ਜ਼ਰੂਰਤ ਹੈ। ਇਹ ਉਦੋਂ ਤੱਕ ਲੋੜੀਂਦਾ ਹੋਵੇਗੀ ਜਦੋਂ ਤੱਕ ਇਹ ਸੰਸਾਰ ਲੋਕਾਂ ਦੇ ਆਰਾਮ ਨਾਲ ਰਹਿਣ ਲਈ ਕਾਫੀ ਨਹੀਂ ਹੋ ਜਾਂਦਾ। ਵਿਸ਼ਵ ਵਿਆਪੀ ਆਮ ਮਿਹਨਤਕਸ਼ ਸ਼੍ਰੇਣੀ ਲੋਕਾਂ ਦੇ ਸਾਰੇ ਵਰਗਾਂ ਦੇ ਨੁਮਾਇੰਦੇ ਚੁਣਨਾ ਲਾਜ਼ਮੀ ਹੈ, ਜਿਵੇਂ ਕਿ ਸਦਨ, ਸੈਨੇਟ, ਕਾਂਗਰਸ, ਸੰਸਦ ਮੈਂਬਰ, ਜੋ ਪਹਿਲਾਂ ਮਨੁੱਖੀ ਬੁਨਿਆਦੀ ਮੁੱਢਲੀਆਂ ਜ਼ਰੂਰਤਾਂ ਪੈਦਾ ਕਰ ਸਕਦੇ ਹਨ ਅਤੇ ਫਿਰ ਅਸੀਂ ਸਾਰੇ ਖਰਚ ਕਰ ਸਕਦੇ ਹਾਂ। ਇਹ ਵਿਪਤਾ ਪਿਛਲੇ ਲੰਬੇ ਸਮੇਂ ਤੋਂ ਵਿਸ਼ਵ ਪੱਧਰ 'ਤੇ ਵਾਪਰ ਰਹੀ ਹੈ, ਜਿਸ ਦੇ ਲਈ ਵਿਸ਼ਵ ਵਿਆਪੀ ਆਮ ਕਿਰਤੀ ਵਰਗ ਦੀ ਅਨਪੜ੍ਹਤਾ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ। ਕਰੋਨਾ ਸੰਕਟ ਅਤੇ ਹੋਰ ਸਾਰੀਆਂ ਕੁਦਰਤੀ ਆਫਤਾਂ ਦੌਰਾਨ ਲੋਕਤੰਤਰੀ ਸ਼ਾਸਕ ਵਿਸ਼ਵ ਪੱਧਰ 'ਤੇ ਕੋਈ ਸਹਾਇਤਾ ਨਹੀਂ ਕਰ ਸਕਦੇ। ਉਹ ਖੁਦ ਵਿਗਿਆਨੀਆਂ, ਡਾਕਟਰਾਂ ਅਤੇ ਇੰਜੀਨੀਅਰਾਂ ਤੋਂ ਮਦਦ ਚਾਹੁੰਦੇ ਹਨ। ਜੇ ਲੋਕਤੰਤਰੀ ਸ਼ਾਸਕ ਕੋਈ ਮੁੱਢਲੀਆਂ ਮਨੁੱਖੀ ਜ਼ਰੂਰਤਾਂ ਪੈਦਾ ਨਹੀਂ ਕਰ ਸਕਦੇ, ਕਰੋਨਾ ਅਤੇ ਹੋਰ ਕੁਦਰਤੀ ਆਫਤਾਂ ਨੂੰ ਆਪਣੇ ਹੁਨਰ ਨਾਲ ਹੱਲ ਨਹੀਂ ਕਰ ਸਕਦੇ, ਤਾਂ ਵਿਸ਼ਵ ਵਿਆਪੀ ਆਮ ਮਜ਼ਦੂਰ ਜਮਾਤ ਦੇ ਲੋਕ ਉਹਨਾਂ ਨੂੰ ਹੀ ਕਿਉਂ ਚੁਣਨੇ ਹਨ? ਸਿਰਫ ਟੈਕਸ ਦੇ ਪੈਸੇ ਖਰਚਣ ਲਈ? ਇਹ ਸਾਰੀ ਮਨੁੱਖ ਜਾਤੀ ਲਈ ਇਹ ਬਿਲਕੁਲ ਵੱਡਾ ਨੁਕਸਾਨ ਹੈ। ਸੱਤਾ ਅਤੇ ਵਿਰੋਧੀ ਧਿਰ, ਰਾਜਨੀਤਿਕ, ਅਰਥ ਸ਼ਾਸਤਰੀ, ਵਕੀਲ, ਅਕਾਊਂਟੈਂਟ ਅਤੇ ਮੀਡੀਆ ਸਾਨੂੰ ਕੁਦਰਤ ਤੋਂ ਸਾਡੀਆਂ ਮੁੱਢਲੀਆਂ ਜ਼ਰੂਰਤਾਂ ਨਹੀਂ ਦੇ ਸਕਦੇ। ਉਹ ਸਾਡੇ ਟੈਕਸ ਦੇ ਪੈਸੇ, ਕਾਨੂੰਨ, ਪ੍ਰਸ਼ਾਸਨ, ਮਨੋਰੰਜਨ ਦੇ ਚੋਣਾਂ ਦੇ ਪ੍ਰਬੰਧ ਵਿੱਚ ਮਾਹਰ ਹਨ। ਜੇ ਅਸੀਂ ਆਪਣੇ ਆਪ ਮਜ਼ਦੂਰ ਜਮਾਤ ਦੇ ਲੋਕਾਂ ਦੀ ਅਨਪੜ੍ਹਤਾ ਨੂੰ ਖਤਮ ਕਰ ਸਕਦੇ ਹਾਂ ਤਾਂ ਇਹ ਸੰਸਾਰ ਅਤੇ ਜ਼ਿੰਦਗੀ ਪੂਰੀ ਤਰ੍ਹਾਂ ਅਰਥਪੂਰਨ, ਸ਼ਾਂਤਮਈ, ਸੁੰਦਰ, ਸਫਲ, ਮਦਦਗਾਰ ਬਣ ਸਕਦੇ ਹਨ। ਸਾਡੇ ਕੋਲ ਵਿਸ਼ਵ ਪੱਧਰ 'ਤੇ ਬਹੁਤ ਸਾਰੇ ਕੁਦਰਤਿਕ ਸਰੋਤ ਅਤੇ ਬਹੁਤ ਸਾਰੇ ਮਨੁੱਖੀ ਪ੍ਰਤਿਭਾ ਹਨ। ਜੇ ਸਾਡੇ ਆਮ ਮਜ਼ਦੂਰ ਜਮਾਤ ਦੇ ਵੋਟਰ ਸਹੀ ਲੋਕਾਂ ਦੀ ਚੋਣ ਕਰਦੇ ਹਨ ਤਾਂ ਇਹ ਦੁਨੀਆ ਇੱਕ ਵਧੀਆ ਰਹਿਣ ਵਾਲੀ ਜਗ੍ਹਾ ਹੋ ਸਕਦੀ ਹੈ ਅਤੇ ਅਸੀਂ ਸਾਰਿਆਂ ਦੀ ਜ਼ਿੰਦਗੀ ਬਿਹਤਰ ਹੋ ਸਕਦੀ ਹੈ। ਇਸ ਦਾ ਹੱਲ ਵਿਸ਼ਵ ਦੇ ਆਮ ਮਜ਼ਦੂਰ ਜਮਾਤ ਦੇ ਲੋਕਾਂ ਦੀ ਸਮਝ ਵਿੱਚ ਪਿਆ ਹੋਇਆ ਹੈ। ਵਿਸ਼ਵ ਵਿੱਚ ਅਨਪੜ੍ਹਤਾ ਦੇ ਚਲਦਿਆਂ ਆਮ ਕਾਮੇ ਵਰਗ ਦੇ ਲੋਕ ਆਪਣੇ ਗਲਤ ਨੁਮਾਇੰਦੇ ਦੀ ਚੋਣ ਕਰਦੇ ਹਨ, ਜਿਸ ਕਾਰਨ ਇਸ ਗ੍ਰਹਿ ਦੀ ਤਰੱਕੀ ਅਤੇ ਵਿਕਾਸ ਵਿੱਚ ਸਮੱਸਿਆਵਾਂ ਆਉਂਦੀ ਹੈ। ਵਿਗਿਆਨ ਦੇ ਵਿਕਾਸ ਦੇ ਕਾਰਨ ਦੋਵੇਂ ਮਨੁੱਖੀ ਪ੍ਰਤਿਭਾ ਅਤੇ ਕੁਦਰਤੀ ਸਰੋਤ ਇਸ ਸੰਸਾਰ ਨੂੰ ਸਭ ਲਈ ਬਿਹਤਰ ਰਹਿਣ ਵਾਲੇ ਸਥਾਨ ਬਣਾ ਸਕਦੇ ਹਨ। ਹੁਣ ਤੋਂ ਵਿਸ਼ਵ ਪੱਧਰ 'ਤੇ ਸਾਰੇ ਲੋਕਤੰਤਰੀ ਦੇਸ਼ਾਂ ਵਿੱਚ ਕਿਸੇ ਵੀ ਪੱਧਰ ਦੀਆਂ ਚੋਣਾਂ ਲਈ ਜੋ ਵੋਟਰ ਸਿਰਫ ਵਿਗਿਆਨਕ, ਇੰਜੀਨੀਅਰ, ਡਾਕਟਰਾਂ ਨੂੰ ਆਪਣਾ ਨੁਮਾਇੰਦਾ ਚੁਣਨਾ ਸ਼ੁਰੂ ਕਰਦੇ ਹਨ ਤਾਂ ਸਾਰੀਆਂ ਵਿਸ਼ਵ ਵਿਆਪੀ ਸਮੱਸਿਆਵਾਂ ਤੁਰੰਤ ਹੱਲ ਹੋ ਸਕਦੀਆਂ ਹਨ। ਵਿਗਿਆਨੀ, ਇੰਜੀਨੀਅਰਿੰਗ, ਡਾਕਟਰਾਂ ਦਾ ਇਹ ਸਮੂਹ ਬਹੁਤ ਪ੍ਰਤਿਭਾਸ਼ਾਲੀ ਚੁਣੇ ਹੋਏ ਸਰਕਾਰੀ, ਸਿਵਲ ਸੇਵਾ ਪੇਸ਼ੇਵਰ, ਕਾਨੂੰਨ, ਅਦਾਲਤ ਦੇ ਨਾਲ ਤਾਲਮੇਲ ਕੰਮ ਵਿੱਚ ਕਰ ਸਕਦਾ ਹੈ। ਇਸ ਤਰੀਕੇ ਨਾਲ ਪੂਰਾ ਲੋਕਤੰਤਰੀ ਸੰਸਾਰ ਜਲਦੀ ਹੀ ਖੁਸ਼ਹਾਲ ਹੋ ਜਾਵੇਗਾ। ਸਾਰੀਆਂ ਥਾਵਾਂ 'ਤੇ ਸਹੀ ਲੋਕਾਂ ਦੇ ਕਾਰਨ ਕੰਮ ਕਰਨ ਵੱਲ ਵਧੇਰੇ ਧਿਆਨ ਦਿੱਤਾ ਜਾਵੇਗਾ, ਨਾ ਕਿ ਗੱਲਬਾਤ 'ਤੇ। ਮੈਂ ਹਰੇਕ ਲੋਕਤੰਤਰੀ ਦੇਸ਼ ਵਿੱਚ ਮਿਸਟਰ ਪੌਲ ਇਹ ਲਿਖ ਰਹੇ ਹਨ ਕਿ ਹਰੇਕ ਤੰਤਰੀ ਜੋ ਲੋਕਤੰਤਰੀ ਇਕੱਲੇ ਵਿਅਕਤੀ ਜਾਂ ਸਮੂਹਾਂ ਦੇ ਅਪੀਲ ਕਰਾਂਗਾ ਕਿ ਉਹ ਅੱਗੇ ਆਉਣ ਅਤੇ ਨਵੀਂ ਲੋਕਤੰਤਰੀ ਪਾਰਟੀ ਦੀ ਸ਼ੁਰੂਆਤ ਕਰਨ। ਇਸ ਪਾਰਟੀ ਦਾ ਨਾਮ ਉਹ ਗਲੋਬਲ ਡੈਮੋਕ੍ਰੈਟਿਕ ਪਾਰਟੀ GDP ਰੱਖਣ ਅਤੇ ਹਰ ਦੇਸ਼ ਇਸ ਦਾ ਨਾਮ ਤੇ ਬਾਅਦ ਆਪਣੇ ਦੇਸ਼ ਦੇ ਨਾਮ ਦੇ 2 ਛੋਟੇ ਨਾਮ ਪੱਧਰ ਜੋੜਨ। ਉਦਾਹਰਣ ਵਜੋਂ USA ਪਾਰਟੀ ਦਾ ਨਾਮ GDP ਯੂਜ਼ ਹੋਵੇਗਾ। ਮੈਂ ਇਸ ਦੇ ਉਦਘਾਟਨ ਸਮੇਂ ਸਾਰੇ ਦੇਸ਼ਾਂ ਵਿੱਚ ਮੌਜੂਦ ਰਹਿਣ ਦੀ ਕੋਸ਼ਿਸ਼ ਕਰਾਂਗਾ ਅਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਸੰਬੰਧਿਤ ਇੱਕ ਖਰੜਾ ਸੰਵਿਧਾਨ ਪੇਸ਼ ਕਰਾਂਗਾ। ਆਓ ਜਲਦੀ ਤੋਂ ਜਲਦੀ ਇੱਕ ਨਵੀਂ ਸ਼ੁਰੂਆਤ ਕਰੀਏ ਅਤੇ ਆਪਣੀਆਂ ਪਿਛਲੀਆਂ ਗਲਤੀਆਂ ਤੋਂ ਸਦਾ ਲਈ ਬਾਹਰ ਆ ਸਕੀਏ। ਵਿਗਿਆਨੀ, ਇੰਜੀਨੀਅਰਿੰਗ, ਡਾਕਟਰਾਂ ਦਾ ਇਹ ਸਮੂਹ ਵਿਸ਼ਵ ਪੱਧਰ 'ਤੇ PPP ਪਬਲਿਕ ਪ੍ਰਾਈਵੇਟ ਭਾਈਵਾਲੀ ਦੇ ਆਧਾਰ 'ਤੇ ਰੁਜ਼ਗਾਰ ਪੈਦਾ ਕਰ ਸਕਦਾ ਹੈ, ਗਰੀਬੀ ਅਤੇ ਅਨਪੜ੍ਹਤਾ ਨੂੰ ਖਤਮ ਕਰ ਸਕਦਾ ਹੈ,
ਵਿਸ਼ਵ ਵਿਆਪੀ ਨੌਜਵਾਨਾਂ ਨੂੰ ਸਕਾਰਾਤਮਕ ਦਿਸ਼ਾਵਾਂ ਵਿੱਚ ਉਤਸ਼ਾਹਿਤ ਕਰ ਸਕਦਾ ਹੈ ਅਤੇ ਸਾਰੇ ਵਿਗਿਆਨਕ ਅਵਿਸ਼ਕਾਰਾਂ ਨੂੰ ਲਾਗੂ ਕਰ ਸਕਦਾ ਹੈ। ਇਹ ਕਰੋਨਾ ਅਤੇ ਹੋਰ ਸਾਰੀਆਂ ਕੁਦਰਤੀ ਆਫਤਾਂ ਨੂੰ ਸਦਾ ਲਈ ਖਤਮ ਕਰ ਸਕਦਾ ਹੈ। ਨਹੀਂ ਤਾਂ ਸਾਡੇ ਮੌਜੂਦਾ ਵਿਸ਼ਵ ਵਿਆਪੀ ਲੋਕਤੰਤਰੀ ਸ਼ਾਸਕਾਂ ਕੋਲ ਇੱਕੋ ਰਸਤਾ ਹੈ ਅਤੇ ਇਹ ਹੈ ਆਪਣੇ ਆਪ ਨੂੰ ਦਿਵਾਲੀਆਪਨ ਦਾ ਐਲਾਨ ਕਰਨਾ। ਨਹੀਂ ਤਾਂ ਸਾਡੇ ਮੌਜੂਦਾ ਵਿਸ਼ਵ ਵਿਆਪੀ ਲੋਕਤੰਤਰੀ ਸ਼ਾਸਕਾਂ ਕੋਲ ਇੱਕੋ ਰਸਤਾ ਹੈ ਅਤੇ ਇਹ ਹੈ ਆਪਣੇ ਆਪ ਨੂੰ ਦਿਵਾਲੀਆਪਨ ਦਾ ਐਲਾਨ ਕਰਨਾ ਅਤੇ ਦੂਸਰਿਆਂ ਤੋਂ ਪੈਸੇ ਉਧਾਰ ਲੈਣਾ। ਵਿਗਿਆਨੀਆਂ, ਇੰਜੀਨੀਅਰਿੰਗ, ਡਾਕਟਰਾਂ ਦਾ ਇਹ ਸਮੂਹ ਪੇਸ਼ੇਵਰ ਦੁਆਰਾ ਇੱਕ ਆਧਾਰ 'ਤੇ ਸਾਰੇ ਦੇਸ਼ਾਂ ਦੀਆਂ ਸ਼ਕਤੀਆਂ ਅਤੇ ਕਮਜ਼ੋਰੀਆਂ ਦਾ ਦੁਵੱਲੇ ਪੱਧਰ 'ਤੇ ਪ੍ਰਧਾਰਨ ਕਰ ਸਕਦਾ ਹੈ। ਵਿਗਿਆਨੀਆਂ, ਇੰਜੀਨੀਅਰਿੰਗ, ਡਾਕਟਰਾਂ ਦਾ ਇਹ ਸਮੂਹ ਪੇਸ਼ੇਵਰਾਂ ਦੁਆਰਾ ਇੱਕ ਆਧਾਰ 'ਤੇ ਸਾਰੇ ਦੇਸ਼ਾਂ ਦੀਆਂ ਸ਼ਕਤੀਆਂ ਅਤੇ ਕਮਜ਼ੋਰੀਆਂ ਦਾ ਦੁਵੱਲੇ ਪੱਧਰ 'ਤੇ ਆਦਾਨ ਪ੍ਰਦਾਨ ਕਰ ਸਕਦਾ ਹੈ। ਮਿਸਟਰ ਪੋ ਲਿਖਦੇ ਹਨ, ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਗਰੀਬੀ ਦਾ ਅਨੁਭਵ ਕੀਤਾ ਹੈ, ਜਿਸ ਦੇ ਵਜੋਂ ਅੱਜ ਬਹੁਤ ਸਾਰੇ ਲੋਕ ਵਿਸ਼ਵ ਪੱਧਰ 'ਤੇ ਦੁਖੀ ਹਨ। ਇਸੇ ਲਈ ਮੈਂ ਸਿਰਫ ਉਹਨਾਂ ਲੋਕਾਂ ਦੀ ਗੱਲ ਸੁਣਦਾ ਹਾਂ ਜਿਨ੍ਹਾਂ ਦੇ ਕਾਰਨ ਅਸੀਂ ਆਪਣੀ ਜ਼ਿੰਦਗੀ ਜਿਉਂਦੇ ਹਾਂ ਅਤੇ ਉਹ ਜਿਹੜੇ ਸਾਡੀ ਬੁਨਿਆਦੀ ਮੁੱਢਲੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਹਾਂ। ਮੈਂ ਦੁਨੀਆ ਦੇ ਕਿਸੇ ਵੀ ਕੋਨੇ 'ਤੇ ਵੀਡੀਓ ਵਿਚਾਰ ਵਟਾਂਦਰੇ ਲਈ ਉਪਲਬਧ ਹਾਂ ਅਤੇ ਮੈਨੂੰ ਇੱਥੋਂ ਸੰਪਰਕ ਕਰੋ। ਸੋ ਲਿੰਕਡਇਨ ਦੀ ਉਹਨਾਂ ਦੀ ID ਹੈ MK Paul ਐਂਡ ਟਵਿੱਟਰ 'ਤੇ ਤੁਸੀਂ ਉਹਨਾਂ ਨੂੰ ਜੋੜ ਸਕਦੇ ਹਾਂ MK Paul ਕਰਕੇ। ਇੰਸਟਾਗ੍ਰਾਮ 'ਤੇ ਉਹਨਾਂ ਦੀ ID ਹੈ mkpaul.54 ਐਂਡ ਸਕਾਈਪੀ 'ਤੇ ਉਹਨਾਂ ਨੂੰ ਤੁਸੀਂ ਜੋੜ ਸਕਦੇ ਹਾਂ mkpaul.54। ਈਮੇਲ 'ਤੇ ਉਹਨਾਂ ਨੂੰ ਤੁਸੀਂ ਆਪਣਾ ਮੇਲ ਕਰ ਸਕਦੇ ਹਾਂ mpol.gdp@gmail.com। ਇਸ ਵਿਸ਼ੇ ਨਾਲ ਸੰਬੰਧਿਤ 2016 ਵਿੱਚ ਅਸੀਂ ਕਿਤਾਬ www.mkpaul.net ਤੋਂ ਪੜ੍ਹ ਸਕਦੇ ਹਾਂ। ਇਸ ਲੇਖ ਅਤੇ ਕਿਤਾਬ ਦੇ ਪਾਠਕ ਮੇਰੀ ਕਿਤਾਬ ਦਾ ਵੱਖ-ਵੱਖ ਭਾਸ਼ਾਵਾਂ ਵਿੱਚ ਅਨੁਵਾਦ ਕਰ ਵਿਸ਼ਵਵਿਆਪੀ ਆਮ ਮਜ਼ਦੂਰ ਜਮਾਤ ਦੇ ਲੋਕਾਂ ਨੂੰ ਵੰਡ ਸਕਦੇ ਹਨ। ਮੈਂ ਦੁਨੀਆ ਭਰ ਦੇ ਮਿਹਨਤਕਸ਼ ਸ਼੍ਰੇਣੀ ਦੇ ਲੋਕਾਂ ਦੇ ਜਵਾਬ ਲਈ ਉਡੀਕ ਕਰਾਂਗਾ। ਇਸ ਲੇਖ ਅਤੇ ਕਿਤਾਬ ਨੂੰ ਪੜ੍ਹਨ ਲਈ ਤੁਹਾਡਾ ਧੰਨਵਾਦ। ਥੈਂਕ ਯੂ।